बिस्मिल्लाहिर्रहमानिर्रहीम। अरशद लोधी कम ਦੀਆਂ ਗੱਲਾਂ ਨਾਲ ਹਾਜ਼ਰੇ ਖਿਦਮਤ ਹੈ। ਕੀ ਹਾਲ ਜੀ? ਠੀਕ ਠਾਕ ਹੋ? ਖਰੀਅਤ ਨਾਲ ਵੱਲ ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ ਤੇ ਰਹੋ। ਅੱਜ ਤੁਹਾਨੂੰ ਇੱਕ ਬਹੁਤ ਜ਼ਬਰਦਸਤ ਕਿਸਮ ਦੀ ਜ਼ਿਮੀਦਾਰ ਦੀ ਤੇ ਠੱਗਾਂ ਦੀ ਗੱਲ ਸੁਣਾਈਏ। ਸੁਣੋਗੇ ਤੇ ਸਮਝ ਆਏਗੀ ਇਨਸ਼ਾਅੱਲਾਹ ਤਾਲਾ ਔਰ ਪਸੰਦ ਆਏਗੀ ਤੁਹਾਨੂੰ। ਗੱਲ ਬਹੁਤ ਕੀਮਤੀ ਗੱਲ ਹੈਗੀ ਤੇ ਮਜ਼ੇਦਾਰ ਗੱਲ ਹੈਗੀ। ਗੱਲ ਥੋੜੀ ਲੰਬੀ ਹੈ ਲੇਕਿਨ ਮੈਂ ਕੋਸ਼ਿਸ਼ ਕਰਾਂਗਾ ਕਿ ਉਹਨੂੰ ਥੋੜੀ ਕਲੋਜ਼ ਕਰਕੇ ਤੁਹਾਨੂੰ ਸੁਣਾਵਾਂ ਤੇ ਗੱਲ ਪੂਰੀ ਸੁਣਨਾ ਮਿਹਰਬਾਨੀ ਹੋਵੇਗੀ ਤੁਹਾਡੀ, ਕਿਉਂਕਿ ਬਹੁਤ ਮਜ਼ੇਦਾਰ ਗੱਲ ਹੈਗੀ। ਦੋਸਤੋ, ਇੱਕ ਗਰੀਬ ਆਦਮੀ ਸੀ ਤੇ ਅੱਲਾਹ ਪਾਕ ਨੇ ਉਹਨੂੰ ਇੱਕ ਬੇਟਾ ਅਤਾ ਕੀਤਾ ਸੀ। ਜਿਸ ਵੇਲੇ ਬੇਟਾ ਜਵਾਨ ਹੋ ਗਿਆ ਤੇ ਉਸ ਬੰਦੇ ਨੇ ਆਪਣੇ ਪੁੱਤਰ ਨੂੰ ਕਿਹਾ ਕਿ ਬੇਟਾ ਤੂੰ ਹੁਣ ਜਵਾਨ ਹੋ ਗਿਆ, ਕੋਈ ਕੰਮ ਕਾਜ ਕਰ ਤੇ ਕੋਈ ਰੋਟੀ ਕਮਾ ਕੇ ਲਿਆ, ਕਿਉਂਕਿ ਮੈਂ ਤੇ ਹੁਣ ਜ਼ਹੀਫ ਉਮਰ ਹੋ ਗਿਆ, ਬੁੱਢਾ ਹੋ ਗਿਆ, ਮੇਰੇ ਕੋਲ ਕੰਮ ਕਾਜ ਤੇ ਨਹੀਂ ਹੁੰਦਾ ਹੁਣ, ਤੇ ਤੂੰ ਕੋਈ ਕੰਮ ਕਾਜ ਜਿਹੜਾ ਨਾ ਸ਼ੁਰੂ ਕਰ। ਉਹਨੇ ਕਿਹਾ ਅੱਬਾ ਜੀ ਦੱਸੋ ਮੈਂ ਕੀ ਕੰਮ ਕਰਾਂ। ਉਹਨੇ ਕਿਹਾ ਬੇਟੇ ਜਿਹੜਾ ਤੇਰਾ ਦਿਲ ਕਰਦਾ ਹੈ ਉਹ ਕੰਮ ਕਰ, ਤੇਰੇ ਤੇ ਕੋਈ ਪਾਬੰਦੀ ਨਹੀਂ ਹੈ, ਤੂੰ ਜੋ ਚਾਹੇ ਕਰੇ, ਮੇਰੇ ਵੱਲੋਂ ਤੈਨੂੰ ਇਜਾਜ਼ਤ ਹੈ। ਉਹਨੇ ਕਿਹਾ ਠੀਕ ਹੈ ਅੱਬਾ ਜੀ, ਮੈਨੂੰ ਫਿਰ ਇਜਾਜ਼ਤ ਦਿਓ, ਮੈਂ ਆਪਣੇ ਪਿੰਡ 'ਚੋਂ ਨਿਕਲ ਕੇ ਕਿਤੇ ਬਾਹਰ ਸ਼ਹਿਰ 'ਚ ਜਾ ਕੇ ਕੰਮ ਕਰਨਾ ਚਾਹੁੰਦਾ। ਉਹ ਬਜ਼ੁਰਗਾਂ ਨੇ ਕਿਹਾ ਠੀਕ ਹੈ ਬੇਟਾ, ਜਿੱਥੇ ਤੇਰਾ ਦਿਲ ਕਰਦਾ, ਜਿੱਥੇ ਤੈਨੂੰ ਅੱਲਾਹ ਨੇ ਰਿਜ਼ਕ ਲਿਖਿਆ ਉਹ ਤੂੰ ਜਾ ਕੇ ਉੱਥੇ ਕੰਮ ਕਰ। ਉਹ ਬੰਦਾ ਜਿਸ ਵੇਲੇ ਆਪਣੇ ਬੱਚੇ ਨੂੰ ਇਜਾਜ਼ਤ ਦੇ ਦਿੰਦਾ ਅਤੇ ਬੱਚੇ ਨੇ ਆਪਣੇ ਕੱਪੜੇ ਕੁਪੜੇ ਦੋ ਚਾਰ ਜਿਹੜੇ ਸੂਟ ਸਨ, ਗਰੀਬ ਆਦਮੀ ਸਨ, ਹੋਰ ਉਹਨਾਂ ਕੋਲ ਕੀ ਸੀ, ਉਹਨਾਂ ਨੇ ਸਮੇਟਿਆ ਅਤੇ ਉਹ ਇੱਕ ਥੈਲਾ ਬਣਾ ਕੇ ਕੱਪੜਿਆਂ ਦਾ ਅਤੇ ਸੁਬਾਹ ਘਰੋਂ ਨਿਕਲਿਆ। ਚੱਲਦਾ ਗਿਆ ਚੱਲਦਾ ਗਿਆ ਚੱਲਦਾ ਗਿਆ, ਸਫ਼ਰ ਕਰਦਾ ਰਿਹਾ। ਇੱਕ ਦਿਨ ਉਹਨੂੰ ਰਾਤ ਜਿਹੜੀ ਹੈ ਇੱਕ ਜੰਗਲ ਦੇ ਵਿੱਚ, ਵਿਆਵਾਨ ਜੰਗਲ ਦੇ ਵਿੱਚ ਰਾਤ ਹੋ ਗਈ। ਹੁਣ ਉਹ ਬਹੁਤ ਪਰੇਸ਼ਾਨ ਸੀ ਕਿਉਂਕਿ ਖੂਨੀ ਜਾਨਵਰ ਜਿਹੜੇ ਸਨ ਉਹਨਾਂ ਦੀਆਂ ਆਵਾਜ਼ਾਂ ਉਹਦੇ ਕੰਨਾਂ 'ਚ ਪੈ ਰਹੀਆਂ ਸਨ ਅਤੇ ਉਹ ਬਹੁਤ ਪਰੇਸ਼ਾਨ ਸੀ। ਉਹ ਸਮਝਦਾ ਸੀ ਕਿ ਮੈਂ ਕਿਸੇ ਵੇਲੇ ਵੀ ਲੁਕਮਾ ਅਜਲ ਬਣ ਸਕਣਾ, ਕਿਸੇ ਸ਼ੇਰ ਦਾ, ਕਿਸੇ ਚੀਤੇ ਦਾ। ਖੈਰ ਪਰ ਇਸੇ ਪਰੇਸ਼ਾਨੀ 'ਚੋਂ ਚੱਲਦਾ ਜਾ ਰਿਹਾ ਸੀ। ਦੂਰ ਉਹਨੂੰ ਇੱਕ ਲਾਈਟ ਜਲਦੀ ਨਜ਼ਰ ਆਈ। ਜਿਸ ਵੇਲੇ ਉਹਨੂੰ ਲਾਈਟ ਜਲਦੀ ਨਜ਼ਰ ਆਈ ਤਾਂ ਉਹਨੂੰ ਕੋਈ ਥੋੜ੍ਹੀ ਆਸ ਉਮੀਦ ਹੋ ਗਈ, ਉਹਦੇ ਤਾਕਤ ਪੈਦਾ ਹੋ ਗਈ। ਉਹਨੇ ਜਲਦੀ ਜਲਦੀ ਚੱਲ ਕੇ ਉਸ ਜਗ੍ਹਾ 'ਤੇ ਜਿਸ ਵੇਲੇ ਪਹੁੰਚਿਆ ਅਤੇ ਉਸ ਘਰ ਦੇ ਵਿੱਚ ਇੱਕ ਬਜ਼ੁਰਗ ਸਨ, ਦਰਵਾਜ਼ਾ ਖੁੱਲ੍ਹਾ ਸੀ। ਉਹ ਜਲਦੀ ਨਾਲ ਅੰਦਰ ਚਲਾ ਗਿਆ। ਉਹ ਬਜ਼ੁਰਗਾਂ ਦੇ ਨਾਲ ਜਾ ਕੇ ਦੁਆ ਸਲਾਮ ਕੀਤੀ, ਪੁੱਛਿਆ ਕਿ ਜਨਾਬ ਮੈਂ ਰਾਤ ਰਹਿਣਾ ਚਾਹੁੰਦਾ। ਅਤੇ ਉਹ ਬਜ਼ੁਰਗਾਂ ਨੇ ਕਿਹਾ ਕਿ ਨਹੀਂ ਜੀ ਤੁਸੀਂ ਰਾਤ ਨਹੀਂ ਰਹਿ ਸਕਦੇ, ਕਿਉਂਕਿ ਮੈਂ ਤਾਂ ਇੱਥੇ ਮੁਲਾਜ਼ਮ ਹਾਂ ਅਤੇ ਜਿਹੜੇ ਮਾਲਕ ਨੇ ਉਹ ਹੁਣੇ ਥੋੜ੍ਹੀ ਦੇਰ ਬਾਅਦ ਆ ਜਾਣਗੇ ਅਤੇ ਉਹ ਤੈਨੂੰ ਵੀ ਸਜ਼ਾ ਦੇਣਗੇ ਅਤੇ ਮੈਨੂੰ ਵੀ ਸਜ਼ਾ ਦੇਣਗੇ ਅਤੇ ਮੈਂ ਇਹ ਕੰਮ ਨਹੀਂ ਕਰ ਸਕਦਾ, ਮੈਂ ਤੈਨੂੰ ਰਹਿਣ ਦੀ ਇਜਾਜ਼ਤ ਨਹੀਂ ਦਿੰਦਾ। ਉਹ ਲੜਕਾ ਜਿਹੜਾ ਸੀ ਉਹ ਬਜ਼ਿੱਦ ਉਹਦੇ ਨਾਲ ਕਿ ਜੀ ਮੈਂ ਹੋਰ ਕਿਤੇ ਜਾ ਨਹੀਂ ਸਕਦਾ, ਕਿਉਂਕਿ ਰਾਤ ਦਾ ਪਹਿਰ ਹੈ, ਬਾਹਰ ਨਿਕਲਾਂਗਾ ਕੋਈ ਜੰਗਲੀ ਜਾਨਵਰ ਮੈਨੂੰ ਖਾ ਜਾਏਗਾ, ਤੁਹਾਡੀ ਮਿਹਰਬਾਨੀ ਹੈ, ਮੈਨੂੰ ਇੱਥੇ ਜਗ੍ਹਾ ਦੇ ਦਿਓ, ਮੈਂ ਇੱਥੇ ਸੋ ਜਾਣਾ ਕਿਤੇ। ਉਹ ਬਜ਼ੁਰਗ ਲੱਕੜੀਆਂ ਦਾ ਮੱਚ ਲਾ ਕੇ ਸੇਕ ਰਹੇ ਸਨ, ਸਰਦੀਆਂ ਦੇ ਦਿਨ ਸਨ, ਅਤੇ ਉਹ ਲੜਕਾ ਜਿਹੜਾ ਹੈ ਉਹਨੇ ਉੱਥੇ ਹੀ ਉਹ ਮੱਚ ਦੇ ਲਾਗੇ ਹੀ ਜ਼ਮੀਨ 'ਤੇ ਹੀ ਲੇਟ ਗਿਆ, ਇਹ ਚਾਦਰ ਉੱਤੇ ਲੈ ਕੇ ਅਤੇ ਸੋ ਗਿਆ। ਕੁਛ ਦੇਰ ਤੋਂ ਬਾਅਦ ਉਹ ਜਿਹੜੇ ਡਾਕੂ ਸਨ, ਜਿਹੜੇ ਘਰ ਦੇ ਮਾਲਕ ਸਨ, ਉਹ ਆਏ। ਉਹਨਾਂ ਨੇ ਜਿਸ ਵੇਲੇ ਦੇਖਿਆ ਕਿ ਇਹ ਗੈਰ ਬੰਦਾ ਵਿੱਚ ਕੌਣ ਹੈ, ਉਹਨਾਂ ਦੁਰਾਫਤ ਕੀਤਾ। ਬਜ਼ੁਰਗਾਂ ਨੇ ਕਿਹਾ ਕਿ ਜੀ ਇਸ ਤਰ੍ਹਾਂ ਕੋਈ ਮੁਸਾਫਰ ਹੈ, ਮੈਂ ਇਹਨੂੰ ਬੜਾ ਕਿਹਾ ਕਿ ਮੈਂ ਤੈਨੂੰ ਇੱਥੇ ਰਹਿਣ ਦੀ ਇਜਾਜ਼ਤ ਨਹੀਂ ਦਿੰਦਾ, ਲੇਕਿਨ ਇਹਨਾਂ ਨੇ ਮਜਬੂਰ ਕਰਕੇ ਖੁਦ ਹੀ ਇੱਥੇ ਸੋ ਗਿਆ, ਮੇਰੀ ਗੱਲ ਨਹੀਂ ਮੰਨੀ ਇਹਨੇ। ਉਹ ਚਾਰੋਂ ਡਾਕੂ ਬਹਿ ਕੇ ਹੁਣ ਮਸ਼ਵਰਾ ਕਰਦੇ ਨੇ ਕਿ ਯਾਰ ਇਹ ਬੰਦਾ ਕੋਈ ਗੈਰ ਹੈ, ਇਹਨੇ ਸਾਡਾ ਠਿਕਾਣਾ ਦੇਖ ਲਿਆ, ਇਹਨੂੰ ਪਤਾ ਲੱਗ ਗਿਆ ਕਿ ਠੱਗ ਇੱਥੇ ਰਹਿੰਦੇ ਨੇ, ਚੋਰ ਡਾਕੂ ਇੱਥੇ ਰਹਿੰਦੇ ਨੇ, ਅਤੇ ਇਹ ਜਾ ਕੇ ਬਾਹਰ ਜਿਸ ਵੇਲੇ ਜਾਏਗਾ ਸਾਡੀ ਗੱਲਬਾਤ ਕਰੇਗਾ, ਦੱਸੇਗਾ ਲੋਕਾਂ ਨੂੰ ਕਿ ਡਾਕੂ ਫਲਾਣੀ ਜਗ੍ਹਾ 'ਤੇ ਘਰ ਬਣਾ ਕੇ ਬੈਠੇ ਨੇ ਅਤੇ ਸਾਡੇ ਵਾਸਤੇ ਮਸਲਾ ਬਣ ਜਾਏਗਾ। ਬਿਹਤਰ ਹੈ ਕਿ ਇਹਨੂੰ ਅਸੀਂ ਕਤਲ ਕਰ ਦਈਏ ਤਾਂ ਕਿ ਮੁੱਦਾ ਹੀ ਖਤਮ ਹੋ ਜਾਏ। ਜਿਸ ਵੇਲੇ ਉਹਨਾਂ ਨੇ ਇਹ ਗੱਲਬਾਤ ਕਰ ਰਹੇ ਸਨ ਅਤੇ ਉਹ ਲੜਕਾ ਜਿਹੜਾ ਹੈ ਉਹ ਗੱਲਾਂ ਦੀ ਆਵਾਜ਼ ਸੁਣ ਕੇ ਉਹ ਵੀ ਜਾਗ ਗਿਆ ਸੀ, ਲੇਕਿਨ ਉਹ ਮਸਤ ਹੋ ਕੇ ਲੇਟਿਆ ਰਿਹਾ, ਖਾਮੋਸ਼ ਲੇਟਿਆ ਰਿਹਾ ਔਰ ਉਹਨਾਂ ਦੀ ਗੱਲਾਂ ਸੁਣਦਾ ਰਿਹਾ। ਜਿਸ ਵੇਲੇ ਉਹ ਗੱਲਬਾਤ ਕਰਕੇ ਫਾਰਗ ਹੋਏ ਅਤੇ ਉਹਨੇ ਆਪਣੇ ਸਿਰ ਤੋਂ, ਆਪਣੇ ਮੂੰਹ ਤੋਂ ਚੱਦਰ ਪਰੇ ਕੀਤੀ ਅਤੇ ਉਹਨਾਂ ਨੂੰ ਕਹਿਣ ਲੱਗਾ ਕਿ ਜਨਾਬ ਮੈਨੂੰ ਮਾਰੋ ਨਾ, ਮੈਨੂੰ ਮੁਲਾਜ਼ਮ ਰੱਖ ਲਓ, ਮੈਂ ਵੀ ਤੁਹਾਡੇ ਸ਼ਾਇਦ ਕੋਈ ਕੰਮ ਕਰ ਸਕਾਂ, ਤੁਹਾਡੇ ਕੋਲ ਕੰਮ ਆ ਸਕਾਂ। ਉਹਨਾਂ ਕਿਹਾ ਨਹੀਂ ਸਾਨੂੰ ਤਾਂ ਤੇਰੀ ਜ਼ਰੂਰਤ ਨਹੀਂ ਹੈਗੀ, ਕਿਉਂਕਿ ਘਰ ਦੇ ਕੰਮ ਕਾਜ ਕਰਨ ਵਾਸਤੇ ਅਸੀਂ ਇਹ ਬਜ਼ੁਰਗ ਰੱਖੇ ਨੇ, ਇਹ ਸਾਡੇ ਘਰ ਦਾ ਕੰਮ ਕਾਜ ਕਰਦੇ ਨੇ, ਖਿਆਲ ਰੱਖਦੇ ਨੇ ਘਰ ਦਾ, ਅਤੇ ਅਸੀਂ ਤਾਂ ਚੋਰ ਹਾਂ, ਡਾਕੂ ਹਾਂ, ਠੱਗ ਹਾਂ,
ਤੇ ਉਹਨੇ ਕਿਹਾ ਜੀ ਮੈਨੂੰ ਵੀ ਨਾਲ ਲਾ ਲਓ। ਉਹਨੇ ਕਿਹਾ ਤੈਨੂੰ ਚੋਰੀ ਡਾਕਾ ਮਾਰਨਾ ਠੱਗ ਪੁਣਾ ਕਰਨਾ ਆਉਂਦਾ ਹੈ? ਉਹਨੇ ਕਿਹਾ ਜੀ ਤੇ ਤੁਹਾਡੇ ਨਾਲ ਰਵਾਂਗਾ 2-4 ਦਿਨ ਤੇ ਆਪੇ ਜਾਂਚ ਆ ਜਾਏਗੀ। ਉਹਨੇ ਕਿਹਾ ਨਹੀਂ, ਇੱਕ ਕੰਮ ਤੈਨੂੰ ਕਰਨਾ ਪਏਗਾ, ਅਗਰ ਤੂੰ ਉਹ ਕੰਮ ਕਰਕੇ ਕਾਮਯਾਬ ਹੋ ਗਿਆ ਤੇ ਅਸੀਂ ਤੈਨੂੰ ਆਪਣੇ ਨਾਲ ਰੱਖ ਲਵਾਂਗੇ। ਉਹਨੇ ਕਿਹਾ ਜੀ ਹੁਕਮ ਕਰੋ, ਦੱਸੋ। ਉਹਨਾਂ ਕਿਹਾ ਫਲਾਣੇ ਪਿੰਡ ਦਾ ਫਲਾਣਾ ਬੰਦਾ ਹੈ, ਉਹਨੇ ਆਪਣਾ ਬੈਲ ਵੇਚਣ ਵਾਸਤੇ ਕੱਲ੍ਹ ਮੰਡੀ ਜਾਣਾ, ਤੇ ਜੇ ਤੂੰ ਠੱਗੀ ਕਰਕੇ ਉਹਦਾ ਬੈਲ ਲੈ ਆਵੇਂ ਤੇ ਅਸੀਂ ਤੈਨੂੰ ਆਪਣੇ ਕੋਲ ਰੱਖ ਲਵਾਂਗੇ। ਉਹਨੇ ਕਿਹਾ ਜੀ ਕੋਈ ਗੱਲ ਨਹੀਂ, ਕੋਈ ਮੁਸ਼ਕਲ ਨਹੀਂ ਹੈ, ਤੁਸੀਂ ਸਿਰਫ ਮੈਨੂੰ ਇੱਕ ਕੰਮ ਕਰ ਦਿਓ। ਇੱਕ ਜਿਹੜੇ ਉਹਨਾਂ ਡਾਕੂਆਂ ਦਾ ਸਰਦਾਰ ਸੀ, ਉਹਨੇ ਬੜੀ ਖੂਬਸੂਰਤ ਕਿਸਮ ਦੀ ਜੁੱਤੀ ਪਾਈ ਸੀ। ਉਹਨੇ ਕਿਹਾ ਜਨਾਬ ਇਹ ਜੁੱਤੀ ਮੈਨੂੰ ਦੇ ਦਿਓ ਤੇ ਮੇਰੇ ਵਾਸਤੇ ਠੱਗੀ ਮਾਰਨਾ ਆਸਾਨ ਹੋ ਜਾਏਗਾ ਤੇ ਮੈਂ ਇਨਸ਼ਾ ਅੱਲਾਹ ਤਾਲਾ ਉਹਦਾ ਬੈਲ ਜਿਹੜਾ ਨਾ ਉਹ ਲੈ ਆਵਾਂਗਾ। ਉਹ ਇਸ ਗੱਲ 'ਤੇ ਐਗਰੀ ਹੋ ਗਏ। ਉਹਨਾਂ ਨੇ ਉਹ ਜੁੱਤੀ ਜਿਹੜੀ ਹੈ ਉਹਨੂੰ ਦੇ ਦਿੱਤੀ। ਉਹ ਜੁੱਤੀ ਲੈ ਕੇ ਚਲਾ ਜਾਂਦਾ ਤੇ ਰਸਤੇ 'ਚ ਖੜਾ ਹੋ ਜਾਂਦਾ ਜਿੱਥੋਂ ਦੀ ਉਸ ਬਜ਼ੁਰਗ ਨੇ ਲੰਘਣਾ ਸੀ, ਆਪਣਾ ਬੈਲ ਲੈ ਕੇ ਮੰਡੀ ਜਾਣਾ ਸੀ। ਉੱਥੇ ਜਾ ਕੇ ਖੜਾ ਹੋ ਜਾਂਦਾ। ਜਦੋਂ ਦੇਖਿਆ ਉਹਨੇ ਕਿ ਦੂਰੋਂ ਬੰਦਾ ਆ ਰਿਹਾ, ਉਹਨੇ ਜੁੱਤੀ ਦਾ ਇੱਕ ਪੈਰ ਰਸਤੇ ਦੇ ਸੈਂਟਰ 'ਚ ਸੱਟ ਦਿੱਤਾ, ਆਪ ਛੁਪ ਗਿਆ। ਜਿਸ ਵੇਲੇ ਉਹ ਬਜ਼ੁਰਗ ਉੱਥੇ ਪਹੁੰਚਿਆ, ਉਹਨੇ ਉਹ ਦੇਖਿਆ ਜੁੱਤੀ ਦਾ ਬੜਾ ਖੂਬਸੂਰਤ ਪੈਰ ਪਿਆ। ਉਹਨੇ ਜੁੱਤੀ ਚੁੱਕੀ ਤੇ ਕੁਛ ਦੇਰ ਸੋਚਣ ਲੱਗ ਪਿਆ। ਸੋਚਿਆ ਉਹਨੇ ਕਿ ਯਾਰ ਮੇਰੀ ਬੇਗਮ ਜਿਹੜੀ ਹੈ ਬੜੀ ਲੜਾਕੀ ਹੈ, ਬੜੀ ਮਤਲਬ ਕਬੱਤੀ ਹੈ, ਤੇ ਮੈਂ ਜੁੱਤੀ ਉਹਨੂੰ ਜਾ ਕੇ ਗਿਫਟ ਕਰਾਂਗਾ ਤੇ ਉਹ ਖੁਸ਼ ਹੋ ਜਾਏਗੀ, ਬਹੁਤ ਖੂਬਸੂਰਤ ਜੁੱਤੀ ਹੈ। ਫਿਰ ਉਹਦੇ ਜ਼ਿਹਨ 'ਚ ਆਇਆ ਕਿ ਯਾਰ ਤੇ ਇੱਕ ਪੈਰ ਦਾ ਤਾਂ ਫਾਇਦਾ ਹੀ ਕੋਈ ਨਹੀਂ ਗਾ, ਜਾਂ ਤਾਂ ਦੋਨੋਂ ਪੈਰ ਹੋਣ ਤੇ ਫਿਰ ਤੇ ਫਾਇਦਾ ਹੈ, ਇੱਕ ਪੈਰ ਹੈ ਤੇ ਇਹਦਾ ਕੋਈ ਫਾਇਦਾ ਨਹੀਂ। ਉਹਨੇ ਜੁੱਤੀ ਫਿਰ ਉੱਥੇ ਸੱਟੀ ਤੇ ਟੁਰ ਗਿਆ, ਅੱਗੇ ਚਲਾ ਗਿਆ। ਉਹ ਠੱਗ ਜਿਹੜਾ ਸੀ, ਉਹ ਲੜਕਾ, ਉਹਨੇ ਜਲਦੀ ਨਾਲ ਬਾਹਰ ਨਿਕਲਿਆ, ਜੁੱਤੀ ਜਿਹੜੀ ਆ ਉਹ ਪੈਰ ਫੜਿਆ ਤੇ ਵਿੱਚੋਂ ਦੀ ਹੋ ਕੇ ਦੌੜ ਕੇ ਉਹਦੇ ਨਾਲੋਂ ਅੱਗੇ ਲੰਘ ਕੇ ਤੇ ਫਿਰ ਉੱਥੇ ਜਾ ਕੇ ਜੁੱਤੀ ਦਾ ਪੈਰ ਇੱਕ ਦੂਸਰਾ ਜਿਹੜਾ ਸੀ ਉਹ ਸੱਟ ਦਿੱਤਾ ਤੇ ਉੱਥੇ ਫਿਰ ਉਹ ਝਾੜੀਆਂ ਦੇ ਵਿੱਚ, ਉਹ ਪੈਲੀਆਂ ਦੇ ਵਿੱਚ, ਫਸਲਾਂ ਦੇ ਵਿੱਚ ਉਹ ਛੁਪ ਜਾਂਦਾ। ਜਿਸ ਵੇਲੇ ਉਹ ਬਜ਼ੁਰਗ ਉੱਥੇ ਪਹੁੰਚੇ ਤਾਂ ਉਹਨਾਂ ਦੇਖਿਆ ਕਿ ਜੁੱਤੀ ਦਾ ਦੂਸਰਾ ਪੈਰ ਇੱਥੇ ਪਿਆ ਤੇ ਉਹ ਬੜਾ ਪਰੇਸ਼ਾਨ ਹੋਇਆ। ਉਹਨੇ ਕਿਹਾ ਯਾਰ ਜੁੱਤੀ ਐਡੀ ਖੂਬਸੂਰਤ ਸੀ, ਉਹ ਮੈਂ ਪੈਰ ਪਿੱਛੇ ਹੀ ਛੱਡ ਆਇਆ, ਤੇ ਜੇ ਮੈਂ ਉਹ ਵੀ ਪੈਰ ਲੈ ਲੈਂਦਾ ਤੇ ਮੇਰੀ ਜੋੜੀ ਪੂਰੀ ਹੋ ਜਾਣੀ ਸੀ ਤੇ ਮੇਰਾ ਮਸਲਾ ਹੱਲ ਹੋ ਜਾਣਾ ਸੀ, ਮੇਰੀ ਬੇਗਮ ਨੇ ਖੁਸ਼ ਹੋ ਜਾਣਾ ਸੀ ਐਡੀ ਅੱਛੀ ਜੁੱਤੀ ਦੇਖ ਕੇ। ਉਹਨੇ ਖੈਰ ਕੁਛ ਦੇਰ ਸੋਚਿਆ, ਗੌਰ ਕੀਤੀ ਕਿ ਆਪਸ 'ਚ ਮਤਲਬ ਉਹਨੇ ਸਲਾਹ ਕੀਤੀ ਕਿ ਯਾਰ ਜੇ ਮੈਂ ਜੁੱਤੀ ਦਾ ਪੈਰ ਤੇ ਮੈਂ ਲੈ ਲਾਂਗਾ ਤੇ ਮੈਂ ਫੜ ਕੇ ਜੇ ਪਿੱਛੋਂ ਵਾਲਾ ਜਿਹੜਾ ਪੈਰ ਉਹ ਮੈਂ ਜਾ ਕੇ ਲੈ ਆਵਾਂ। ਤੇ ਉਹਨੇ ਆਪਣਾ ਬੈਲ ਜਿਹੜਾ ਉੱਥੇ ਇੱਕ ਦਰਖਤ ਨਾਲ ਬੰਨ੍ਹਿਆ ਤੇ ਦੌੜਦਾ ਪਿੱਛੇ ਗਿਆ ਤੇ ਉਸ ਜਗ੍ਹਾ 'ਤੇ ਜਿਸ ਵੇਲੇ ਪਹੁੰਚਿਆ ਤੇ ਉਹਨੇ ਦੇਖਿਆ ਕਿ ਜੁੱਤੀ ਦਾ ਪੈਰ ਉੱਥੇ ਕੋਈ ਨਹੀਂ ਸੀਗਾ। ਪੈਰ ਕਿਸ ਤਰ੍ਹਾਂ ਹੋਣਾ ਸੀ, ਕਿਉਂਕਿ ਉਹ ਤੇ ਪਹਿਲੇ ਹੀ ਉਹ ਜਿਹੜਾ ਲੜਕਾ ਸੀ ਉਹ ਜੁੱਤੀ ਦਾ ਪੈਰ ਚੁੱਕ ਕੇ ਆ ਗਿਆ ਸੀ। ਉਹ ਖੈਰ ਉਹਨੇ ਆਪਣਾ ਜੁੱਤੀ ਦਾ ਪੈਰ ਦੂਸਰਾ ਫੜਿਆ, ਬੈਲ ਖੋਲ੍ਹਿਆ ਤੇ ਰਫੂ ਚੱਕਰ ਹੋ ਗਿਆ। ਜਿਸ ਵੇਲੇ ਉਹ ਬਜ਼ੁਰਗ ਉੱਥੇ ਆਏ, ਉਹਨਾਂ ਦੇਖਿਆ ਕਿ ਬੈਲ ਵੀ ਨਹੀਂ ਹੈਗਾ, ਜੁੱਤੀ ਦਾ ਪੈਰ ਵੀ ਨਹੀਂ ਹੈਗਾ, ਤੇ ਉਹਨੂੰ ਸਮਝ ਆ ਗਈ ਕਿ ਮੇਰੇ ਨਾਲ ਠੱਗੀ ਹੋ ਗਈ ਹੈ। ਉਹ ਬੈਲ ਲੈ ਕੇ ਜਿਸ ਵੇਲੇ ਉਹਨਾਂ ਡਾਕੂਆਂ ਕੋਲ ਪਹੁੰਚਿਆ, ਉਹਨਾਂ ਠੱਗਾਂ ਕੋਲ ਪਹੁੰਚਿਆ ਤੇ ਉਹ ਬੜੇ ਖੁਸ਼ ਹੋਏ ਤੇ ਉਹਨਾਂ ਨੇ ਕਿਹਾ ਯਾਰ ਹੁਣ ਇਸ ਤਰ੍ਹਾਂ ਕਿ ਜੇ ਤੂੰ ਦੂਸਰਾ ਬੈਲ ਵੀ ਉਹਦੇ ਕੋਲੋਂ ਠੱਗ ਲਵੇਂ ਤੇ ਫਿਰ ਅਸੀਂ ਤੇਰੇ 'ਤੇ ਬੜੇ ਖੁਸ਼ ਹਾਂ। ਉਹਨੇ ਕਿਹਾ ਜੀ ਕੋਈ ਨਹੀਂ, ਮੈਂ ਕਰਨਾ ਕੁਛ ਇਨਸ਼ਾ ਅੱਲਾਹ ਤਾਲਾ। ਉਹਨੇ ਫਿਰ ਚਲਾ ਜਾਂਦਾ ਹੈ। ਉੱਧਰੋਂ ਬਜ਼ੁਰਗ ਜਿਹੜਾ ਉਹ ਸੋਚਦਾ ਹੈ ਕਿ ਯਾਰ ਮੇਰੀ ਬੁੱਢੀ ਨੇ ਮੇਰੇ ਨਾਲ ਲੜਾਈ ਪਾਣੀ ਹੈ, ਕਿਉਂਕਿ ਮੈਂ ਤੇ ਮਤਲਬ ਬੈਲ ਜਿਹੜਾ ਇਹ ਚੋਰੀ ਹੋ ਗਿਆ ਤੇ ਮੈਂ ਕਿਉਂ ਨਾ ਦੂਸਰਾ ਬੈਲ ਜਿਹੜਾ ਉਹਨੂੰ ਜਾ ਕੇ ਸੇਲ ਕਰਾਂ ਤੇ ਬੁੱਢੀ ਨੂੰ ਖੁਸ਼ ਕਰਾਂ, ਪੈਸੇ ਦੇਵਾਂ ਉਹਨੂੰ। ਉਹ ਜਾ ਕੇ ਆਪਣਾ ਦੂਸਰਾ ਬੈਲ ਖੋਲ੍ਹ ਕੇ ਲਿਆਂਦਾ ਤੇ ਉਹ ਲੜਕਾ ਰਸਤੇ ਦੇ ਵਿੱਚ ਆਪਣੇ ਆਪ ਨੂੰ ਰੱਸੀਆਂ ਨਾਲ ਬੰਨ੍ਹ ਕੇ, ਇੱਕ ਦਰਖਤ ਦੇ ਨਾਲ ਬੰਨ੍ਹ ਕੇ ਤੇ ਖੜਾ ਹੋ ਜਾਂਦਾ। ਉਹ ਬਜ਼ੁਰਗ ਜਿਸ ਵੇਲੇ ਲਾਗੇ ਆਉਂਦੇ ਨੇ, ਉਹਨਾਂ ਦੇਖਿਆ ਕਿ ਇੱਕ ਬੱਚਾ ਜਿਹੜਾ ਇਹ ਮਤਲਬ ਲੜਕਾ ਜਿਹੜਾ ਇਹਨੂੰ ਕਿਸੇ ਨੇ ਬੰਨ੍ਹਿਆ ਤੇ ਕੀ ਮਸਲਾ ਹੈਗਾ। ਉਹਨੇ ਉਹਦੇ ਕੋਲ ਦਰਿਆਫਤ ਕੀਤਾ ਕਿ ਤੂੰ ਕੌਣ ਹੈ, ਤੈਨੂੰ ਕਿਉਂ ਕਿੱਥੇ ਬੰਨ੍ਹਿਆ ਉਹਨਾਂ ਨੇ। ਤੇ ਉਹਨੇ ਕਿਹਾ ਜੀ ਕਿ ਮੈਂ ਮਤਲਬ ਮੈਨੂੰ ਚੋਰਾਂ ਡਾਕੂਆਂ ਨੇ ਇੱਥੇ ਬੰਨ੍ਹ ਦਿੱਤਾ ਤੇ ਤੁਸੀਂ ਮੇਰੀ ਕੋਈ ਮਦਦ ਕਰੋ। ਉਹਨੇ ਕਿਹਾ ਨਹੀਂ ਭਾਈ, ਮੈਂ ਤੇਰੀ ਕੋਈ ਮਦਦ ਨਹੀਂ ਕਰ ਸਕਦਾ, ਅੱਗੇ ਮੇਰਾ ਇੱਕ ਬੈਲ ਚੋਰੀ ਹੋ ਗਿਆ ਤੇ ਮੈਂ ਤੇਰੀ ਕੋਈ ਮਦਦ ਨਹੀਂ ਕਰ ਸਕਦਾ। ਤੇ ਉਹ ਉਹਨੂੰ ਛੱਡ ਕੇ ਅੱਗੇ ਚਲੇ ਗਏ। ਉਹ ਲੜਕੇ ਨੇ ਜਿਸ ਵੇਲੇ ਉਹ ਅੱਗੇ ਚਲਾ ਗਿਆ, ਉਹਨੇ ਆਪਣੇ ਆਪ ਨੂੰ ਰੱਸੀ ਤੋਂ ਆਜ਼ਾਦ ਕੀਤਾ ਤੇ ਦੌੜ ਕੇ ਫਿਰ ਉਸ ਤਰ੍ਹਾਂ ਹੀ ਛੁਪ ਛੁਪਾ ਕੇ ਉਹ ਤੋਂ ਅੱਗੇ ਚਲਾ ਗਿਆ। ਉਸ ਤੋਂ ਅੱਗੇ ਜਾ ਕੇ ਫਿਰ ਇੱਕ ਦਰਖਤ ਨਾਲ ਆਪਣੇ ਆਪ ਨੂੰ ਉਸ ਤਰ੍ਹਾਂ ਹੀ ਬੰਨ੍ਹ ਲਿਆ। ਉਹ ਬਜ਼ੁਰਗ ਜਿਸ ਵੇਲੇ ਉੱਥੇ ਪਹੁੰਚੇ, ਉਹ ਬੜੇ ਪਰੇਸ਼ਾਨ ਹੋਏ ਕਿ ਯਾਰ ਇਹੀ ਲੜਕਾ ਤੇ ਪਿੱਛੇ ਵੱਜਿਆ ਸੀ, ਹੁਣ ਇੱਥੇ ਆ ਕੇ ਵੱਜ ਗਿਆ, ਇਹ ਕੋਈ ਜਿੰਨ ਨੇ, ਭੂਤ ਹੈ, ਕੀ ਹੈ। ਤੇ ਉਹਨੇ ਫਿਰ ਇਲਤਜਾ ਕੀਤੀ ਕਿ ਜਨਾਬ ਮੇਰੀ ਮਿਹਰਬਾਨੀ ਕਰੋ, ਹੈਲਪ ਕਰੋ, ਮੈਨੂੰ ਖੋਲ੍ਹ ਦਿਓ, ਕਿਉਂਕਿ ਮੈਨੂੰ ਚੋਰਾਂ ਡਾਕੂਆਂ ਨੇ ਬੰਨ੍ਹ ਦਿੱਤਾ ਹੈ।
ਉਹ ਬਜ਼ੁਰਗਾਂ ਨੇ ਫਿਰ ਕਿਹਾ ਕਿ ਨਹੀਂ ਬਈ ਮੈਂ ਨਹੀਂ ਕੁਝ ਕਰ ਸਕਦਾ, ਤੂੰ ਤੇ ਸਮਝ ਨਹੀਂ ਆਈ, ਪਹਿਲੇ ਤੂੰ ਪਿੱਛੇ ਵੱਜਿਆ ਅਸੀਂ ਹੁਣ ਇੱਥੇ ਆ ਗਏ ਹਾਂ। ਖੈਰ ਉਹ ਬਜ਼ੁਰਗ ਫਿਰ ਅੱਗੇ ਚਲੇ ਜਾਂਦੇ ਨੇ। ਉਸ ਤੋਂ ਬਾਅਦ ਉਹ ਜਿਹੜਾ ਬੱਚਾ ਹੈ ਉਹਨੇ ਆਪਣੇ ਆਪ ਨੂੰ ਫਿਰ ਆਜ਼ਾਦ ਕੀਤਾ, ਫਿਰ ਅੱਗੇ ਜਾ ਕੇ ਇਸੇ ਤਰ੍ਹਾਂ ਹੀ ਫਿਰ ਅੱਗੋਂ ਲੰਘ ਕੇ ਉਹਦੇ ਫਿਰ ਜਾ ਕੇ ਇੱਕ ਦਰਖਤ ਦੇ ਨਾਲ ਆਪਣੇ ਆਪ ਨੂੰ ਬੰਨ੍ਹ ਲਿਆ। ਜਿਸ ਵੇਲੇ ਉੱਥੇ ਬੰਨ੍ਹ ਲਿਆ ਤੇ ਉਹ ਉੱਥੇ ਫਿਰ ਆਇਆ ਤੇ ਉਹਨੇ ਫਿਰ ਇਲਤਜਾ ਕੀਤੀ ਕਿ ਜਨਾਬ ਮੈਨੂੰ ਖੋਲੋ, ਮੈਨੂੰ ਚੋਰ ਡਾਕੂਆਂ ਨੇ ਬੰਨ੍ਹ ਦਿੱਤਾ। ਉਹਨੇ ਕਿਹਾ ਯਾਰ ਤੂੰ ਚੀਜ਼ ਕੀ ਹੈ, ਜਿੰਨ ਨੇ, ਭੂਤ ਹੈ, ਕੀ ਹੈ? 3 ਵਾਰੀ ਮੈਂ ਤੈਨੂੰ ਦੇਖ ਚੁੱਕਿਆ, ਤੂੰ ਮਤਲਬ ਇਸ ਤਰ੍ਹਾਂ ਮਤਲਬ ਤੂੰ ਮੇਰੇ ਅੱਗੇ ਆ ਕੇ ਵੱਜਾ ਹੁੰਦਾ, ਕੀ ਮਸਲਾ ਹੈ? ਉਹਨੇ ਕਿਹਾ ਜੀ ਨਹੀਂ ਐਸੀ ਕੋਈ ਗੱਲ ਨਹੀਂ, ਅਸੀਂ 3 ਭਾਈ ਹਾਂ ਅਤੇ ਅਸੀਂ ਜੁੜਵਾਂ ਭਾਈ ਹਾਂ ਤਿੰਨੇ, ਅਤੇ ਅਸੀਂ ਇਸ ਤਰ੍ਹਾਂ ਆ ਰਹੇ ਸਾਂ, ਸਾਨੂੰ ਚੋਰਾਂ ਨੇ ਬੰਨ੍ਹ ਦਿੱਤਾ, ਮੇਰੇ 2 ਭਰਾ ਪਿੱਛੇ ਬੰਨ੍ਹ ਦਿੱਤੇ ਨੇ, ਮੈਨੂੰ ਇੱਥੇ ਬੰਨ੍ਹ ਦਿੱਤਾ, ਅਤੇ ਤੁਹਾਡੀ ਮਿਹਰਬਾਨੀ ਹੈ, ਖੁਦਾ ਖੌਫੀ ਖਾਓ ਮੇਰੇ 'ਤੇ ਸਾਨੂੰ ਖੋਲ੍ਹ ਦਿਓ, ਮੇਰੇ ਦੂਸਰੇ ਭਰਾਵਾਂ ਨੂੰ ਵੀ ਖੋਲ੍ਹ ਦਿਓ, ਅਤੇ ਅੱਲਾ ਤੁਹਾਨੂੰ ਸਿਲਾ ਦੇਗਾ ਇਸ ਚੀਜ਼ ਦਾ। ਉਹ ਬਜ਼ੁਰਗਾਂ ਦੇ ਦਿਲ 'ਚ ਤਰਸ ਆਇਆ, ਉਹਨਾਂ ਕਿਹਾ ਯਾਰ ਵਾਕਈ ਇਹਨਾਂ ਨਾਲ ਤਾਂ ਜ਼ਿਆਦਤੀ ਹੈ। ਅਤੇ ਉਹਨੇ ਬੈਲ ਆਪਣਾ ਉੱਥੇ ਬੰਨ੍ਹਿਆ ਅਤੇ ਦੌੜਦਾ ਪਿੱਛੇ ਗਿਆ, ਅਤੇ ਉਹਨੇ ਦੇਖਿਆ ਕਿ ਪਿੱਛੇ ਤਾਂ ਕੋਈ ਉਹ ਬੱਚਾ ਨਹੀਂ ਸੀਗਾ, ਕਿਉਂਕਿ ਉਹੀ ਬੱਚਾ ਸੀ ਜਿਹੜਾ ਬਾਰ-ਬਾਰ ਆਪਣੇ ਆਪ ਨੂੰ ਬੰਨ੍ਹ ਲੈਂਦਾ ਸੀ। ਅਤੇ ਜਦੋਂ ਉਹ ਵਾਪਸ ਆਇਆ ਉਹਨੇ ਉਹਦਾ ਬੈਲ ਲੈ ਕੇ, ਉਹ ਵੀ ਰਫੂ ਚੱਕਰ ਹੋ ਚੁੱਕਿਆ ਸੀ। ਉਹ ਫਿਰ ਉਹਨਾਂ ਕੋਲ ਗਿਆ, ਉਹਨੇ ਬੈਲ ਦਿੱਤਾ, ਅਤੇ ਉਹ ਜਿਸ ਵੇਲੇ ਜਨਾਬ ਉਹ ਖੁਸ਼ ਹੋ ਗਏ, ਉਹਨਾਂ ਕਿਹਾ ਯਾਰ ਜੇ ਤੂੰ ਤੀਸਰਾ ਬੈਲ ਵੀ ਲੈ ਆਵੇਂ ਤਾਂ ਅਸੀਂ ਤੇਰੇ 'ਤੇ ਬਹੁਤ ਰਾਜ਼ੀ ਹਾਂ, ਰਾਜ਼ੀ ਕਿ ਤੈਨੂੰ ਅਸੀਂ ਆਪਣਾ ਸਰਦਾਰ ਬਣ ਲਵਾਂਗੇ। ਉਹਨੇ ਕਿਹਾ ਜੀ ਠੀਕ ਹੈ ਮੈਂ ਕੁਛ ਕਰਨਾ। ਉਹ ਫਿਰ ਜਾ ਕੇ ਉਸੇ ਤਰ੍ਹਾਂ ਹੀ ਜਾ ਕੇ ਫਿਰ ਖਲੋ ਗਿਆ ਉੱਥੇ ਜਾ ਕੇ। ਉਹ ਵਿਚਾਰਾ ਜਿਹੜਾ ਬਜ਼ੁਰਗ ਸੀ ਉਹਨੂੰ ਪਰੇਸ਼ਾਨੀ ਸੀ ਕਿ ਮੈਂ ਅਗਰ ਖਾਲੀ ਪੈਸੇ ਘਰ ਗਿਆ ਅਤੇ ਮੇਰੀ ਬੁੱਢੀ ਨੇ ਮੇਰੇ ਨਾਲ ਮਾਮਲਾਤ ਖ਼ਰਾਬ ਕਰਨੇ ਨੇ ਅਤੇ ਮੈਨੂੰ ਮਤਲਬ ਬੁਰਾ ਭਲਾ ਕਵੇਗੀ। ਉਹ ਬੈਲ ਲੈ ਕੇ ਜਿਸ ਵੇਲੇ ਲੰਘ ਰਿਹਾ ਸੀ, ਉਹ ਜੰਗਲ ਦੇ ਲਾਗੇ ਜਿਸ ਵੇਲੇ ਪਹੁੰਚਿਆ ਅਤੇ ਉਹਨੇ ਉਹ ਛੁਪ ਕੇ ਅਤੇ ਉਹ ਬੈਲ ਦੀ ਆਵਾਜ਼ ਕੱਢਣਾ ਸ਼ੁਰੂ ਕਰ ਦਿੱਤੀ। ਉਹ ਜ਼ਿਮੀਂਦਾਰ ਜਿਹੜਾ ਸੀ, ਉਹ ਬਜ਼ੁਰਗ ਜਿਹੜਾ ਸੀ, ਉਹਨੇ ਗੌਰ ਕੀਤੀ ਕਿ ਯਾਰ ਬੈਲਾਂ ਦੀ ਆਵਾਜ਼ ਆ ਰਹੀ ਹੈ, ਇਹਦਾ ਮਤਲਬ ਹੈ ਕਿ ਮੇਰੇ ਬੈਲ ਜਿਹੜੇ ਇੱਥੇ ਕਿਤੇ ਹੈਗੇ ਨੇ। ਅਤੇ ਉਹਨੇ ਜਨਾਬ ਉਹ ਬੈਲ ਜਿਹੜਾ ਆਪਣਾ ਸੀ ਉਹਨੂੰ ਦਰਖਤ ਨਾਲ ਬੰਨ੍ਹਿਆ ਅਤੇ ਉਹ ਜੰਗਲ ਵਾਲੀ ਸਾਈਡ 'ਤੇ ਦੌੜ ਪਿਆ ਉਹਨੂੰ ਲੱਭਣ ਵਾਸਤੇ ਕਿ ਯਾਰ ਮੇਰੇ ਬੈਲ ਇੱਥੇ ਨੇ ਕਿਤੇ, ਤਾਂ ਕਿ ਮੈਨੂੰ ਲੱਭ ਜਾਣ। ਅਤੇ ਉਹਨੇ ਹੁਸ਼ਿਆਰੀ ਕੀਤੀ, ਉਹਦਾ ਬੈਲ ਖੋਲ੍ਹਿਆ ਅਤੇ ਫਿਰ ਰਫੂ ਚੱਕਰ ਹੋ ਗਿਆ। ਜਿਸ ਵੇਲੇ ਉਹ ਤਿੰਨੇ ਬੈਲ ਲੈ ਕੇ ਉੱਥੇ ਪਹੁੰਚ ਗਿਆ ਅਤੇ ਉਹਨਾਂ ਨੇ ਕਿਹਾ ਕਿ ਠੀਕ ਹੈ, ਉਹਨੂੰ ਸਰਦਾਰ ਬਣਾ ਲਿਆ। ਜਿਸ ਵੇਲੇ ਉਹਨੂੰ ਸਰਦਾਰ ਬਣਾ ਲਿਆ ਅਤੇ ਉਹ ਬੜੇ ਖੁਸ਼ ਹੋ ਗਏ ਕਿ ਯਾਰ ਸਾਡਾ ਮਤਲਬ ਸਾਨੂੰ ਬਹੁਤ ਅੱਛਾ ਬੰਦਾ ਲੱਭ ਗਿਆ, ਡਾਕੇ ਮਾਰਨ ਵਾਲਾ, ਫਰਾਡ ਕਰਨ ਵਾਲਾ। ਖੈਰ ਰਾਤ ਹੋਈ ਜਿਸ ਵੇਲੇ, 2-4 ਦਿਨ ਗੁਜ਼ਰੇ, ਉਹ ਆਪਸ 'ਚ ਬੈਠੇ ਸਲਾਹ ਕੀਤੀ ਉਹਨਾਂ ਕਿਹਾ ਯਾਰ ਇਹ ਬਹੁਤ ਸ਼ਾਤਰ ਇਨਸਾਨ ਹੈ, ਇਹ ਨਾ ਹੋਵੇ ਕਿ ਸਾਨੂੰ ਵੀ ਵੇਚ ਵੱਟ ਜਾਏ ਅਤੇ ਅਸੀਂ ਇਹਦੇ ਕੋਲੋਂ ਕਿਸੇ ਤਰ੍ਹਾਂ ਜਾਨ ਛੁਡਾਈਏ। ਉਹਨੇ ਸੁਣ ਲਈ ਗੱਲ। ਜਿਸ ਵੇਲੇ ਉਹਨੇ ਉਹਨਾਂ ਦੀ ਗੱਲਬਾਤ ਸੁਣ ਲਈ ਅਤੇ ਉਹਨੇ ਅਗਲੇ ਦਿਨ ਬਹਾਨਾ ਲਾਇਆ ਕਿ ਜੀ ਮੈਂ ਬਿਮਾਰ ਹਾਂ, ਅੱਜ ਮੈਂ ਕੰਮਕਾਜ 'ਤੇ ਨਹੀਂ ਜਾਣਾ। ਉਹ ਸਾਰੇ ਡਾਕੂ ਜਿਸ ਵੇਲੇ ਵਾਪਸ ਚਲੇ ਗਏ, ਆਪਣੇ ਕੰਮਕਾਜਾਂ 'ਤੇ ਨਿਕਲ ਗਏ, ਅਤੇ ਉਹਨੇ ਆਰਾਮ ਨਾਲ ਉੱਠਿਆ, ਉਹਨਾਂ ਦਾ ਸਾਰਾ ਜਿਹੜਾ ਸੋਨਾ, ਜ਼ੇਵਰਾਤ, ਪੈਸੇ, ਧੇਲਾ ਜੋ ਲੁੱਟ ਕੀਤੀ ਸੀ ਉਹਨਾਂ ਨੇ, ਉਹ ਜਮ੍ਹਾਂ ਕੀਤਾ, ਇਕੱਠਾ ਕਰਕੇ ਘੋੜਾ ਖੋਲ੍ਹਿਆ ਅਤੇ ਘੋੜੇ 'ਤੇ ਬਹਿ ਕੇ ਅਤੇ ਜਨਾਬ ਉੱਥੋਂ ਨਿਕਲ ਆਇਆ। ਉਹਨਾਂ ਦਾ ਸਾਰਾ ਸਾਜ਼ੋ ਸਮਾਨ ਵੀ ਲੈ ਆਇਆ ਅਤੇ ਆਪਣੇ ਘਰ ਦੇ ਲਾਗੇ ਆ ਕੇ ਉਹਨੇ ਆਪਣੇ ਜਾ ਕੇ ਪਿਓ ਨੂੰ ਦਰਵਾਜ਼ਾ ਖੜਕਾਇਆ, ਆਪਣੇ ਘਰ ਆਇਆ। ਪਿਓ ਨੇ ਦੇਖਿਆ ਕਿ ਤੂੰ ਇੰਨਾ ਸਾਜ਼ੋ ਸਮਾਨ ਕਿੱਥੋਂ ਲੈ ਕੇ ਆਇਆ? ਉਹਨੇ ਕਿਹਾ ਅੱਬਾ ਜੀ ਮੈਂ ਇਸ ਤਰ੍ਹਾਂ ਠੱਗੀ ਮਾਰੀ ਹੈ। ਇਹ ਸਾਰੀ ਕਹਾਣੀ ਉਹਨੇ ਸੁਣਾਈ ਅਤੇ ਪਿਓ ਨੇ ਕਿਹਾ ਕਿ ਤੂੰ ਤਾਂ ਠੀਕ ਹੈ, ਮੈਂ ਤੈਨੂੰ ਕਿਹਾ ਸੀ ਜੋ ਮਰਜ਼ੀ ਕਰ, ਅਤੇ ਲੇਕਿਨ ਮੈਂ ਕਿਸੇ ਨੂੰ ਕੀ ਕਹਾਂਗਾ ਕਿ ਤੂੰ ਕੀ ਕੰਮ ਕਰਨਾ? ਉਹਨੇ ਕਿਹਾ ਅੱਬਾ ਜੀ ਜਿਹਨੂੰ ਵੀ ਪੀੜਾ ਪੁੱਛੇ ਉਹਨੂੰ ਕਹੋ ਜੀ ਮੇਰਾ ਪੁੱਤਰ ਠੱਗੀ ਮਾਰਦਾ, ਚੋਰ ਹੈ, ਠੱਗ ਮਾਰਦਾ, ਕੋਈ ਐਸੀ ਗੱਲ ਨਹੀਂ। ਖੈਰ ਜਿਸ ਵੇਲੇ ਉਹ ਬੱਚੇ ਨੇ ਦੇਖਿਆ ਕਿ ਮੈਂ ਹੁਣ ਅਮੀਰ ਹੋ ਗਿਆ, ਮੇਰੇ ਕੋਲ ਪੈਸਾ ਧੇਲਾ ਬਹੁਤ ਜ਼ਿਆਦਾ ਆ ਗਿਆ, ਅਤੇ ਉਹਨੂੰ ਜਿਹੜੇ ਪਿੰਡ ਦਾ ਚੌਧਰੀ ਸੀ, ਜ਼ਿਮੀਂਦਾਰ ਸੀ, ਉਹਦੀ ਬੱਚੀ ਬੜੀ ਪਸੰਦ ਆਉਂਦੀ ਸੀ। ਉਹਨੇ ਆਪਣੇ ਪਿਓ ਨੂੰ ਕਿਹਾ ਕਿ ਪਿਓ ਪਿੰਡ ਦੀ ਚੌਧਰੀ ਦੀ ਬੱਚੀ ਜਿਹੜੀ ਆ ਮੈਨੂੰ ਬੜੀ ਪਸੰਦ ਹੈ, ਮੈਂ ਉਹਦੇ ਨਾਲ ਵਿਆਹ ਕਰਨਾ ਚਾਹੁੰਦਾ, ਅਤੇ ਜਾ ਕੇ ਉਹਨਾਂ ਕੋਲ ਰਿਸ਼ਤਾ ਪੁੱਛ। ਉਹਨੇ ਕਿਹਾ ਪੁੱਤਰ ਉਹ ਅਮੀਰ ਲੋਕ ਨੇ, ਸਾਡੀ ਗੱਲ ਕਿੱਥੇ ਮੰਨਣਗੇ, ਅਸੀਂ ਗਰੀਬ ਲੋਕ ਹਾਂ। ਉਹਨੇ ਕਿਹਾ ਨਹੀਂ ਅੱਬਾ ਐਸੀ ਕੋਈ ਗੱਲ ਨਹੀਂ, ਅਸੀਂ ਵੀ ਹੁਣ ਅਮੀਰ ਹਾਂ, ਸਾਡੇ ਕੋਲ ਵੀ ਬੜੀ ਮਾਲੋ ਦੌਲਤ ਹੈ, ਤੂੰ ਜਾ ਅਤੇ ਪੁੱਛ। ਉਹਨੇ ਕਿਹਾ ਉਹ ਜੇ ਮੈਂ ਪੁੱਛੇਗਾ ਵੀ ਤੂੰ ਮੇਰਾ ਮੁੰਡਾ ਕਰਦਾ ਕੀ ਹੈ ਅਤੇ ਮੈਂ ਕੀ ਜਵਾਬ ਦਿਆਂਗਾ? ਉਹਨੇ ਕਹਿਣਾ ਤੂੰ ਕਹਿਣਾ ਕਿ ਉਹ ਮੇਰਾ ਮੁੰਡਾ ਜਿਹੜਾ ਫਰਾਡ ਕਰਦਾ, ਠੱਗੀ ਮਾਰਦਾ। ਖੈਰ ਉਹ ਬਜ਼ੁਰਗ ਗਏ, ਉਹਨਾਂ ਜਾ ਕੇ ਜ਼ਿਮੀਂਦਾਰ ਅੱਗੇ ਇਲਤਜਾ ਕੀਤੀ, ਰਿਸ਼ਤਾ ਮੰਗਿਆ। ਜ਼ਿਮੀਂਦਾਰ ਨੇ ਪੁੱਛਿਆ ਕਿ ਯਾਰ ਤੇਰਾ ਮੁੰਡਾ ਤਾਂ ਵਿਹਲਾ ਨਿਕੰਮਾ, ਕੰਮ ਕੋਈ ਨਹੀਂ ਕਰਦਾ। ਉਹਨੇ ਕਿਹਾ ਨਹੀਂ ਜਨਾਬ ਮੇਰਾ ਮੁੰਡਾ ਡਾਕੇ ਮਾਰਦਾ, ਠੱਗੀਆਂ ਮਾਰਦਾ, ਚੋਰੀਆਂ ਕਰਦਾ। ਅਤੇ ਉਹਨੇ ਜਿਹੜਾ ਚੌਧਰੀ ਸੀ, ਕਿਉਂਕਿ ਚੌਧਰੀ ਵੀ ਇਸੇ ਕੈਟਾਗਰੀ ਦਾ ਸੀ, ਉਹਨੇ ਕਿਹਾ ਅੱਛਾ ਜੇ ਤੇਰਾ ਮੁੰਡਾ ਠੱਗੀਆਂ ਮਾਰਦਾ ਅਤੇ ਮੇਰੇ ਨਾਲ ਅਗਰ ਉਹ ਠੱਗ ਮਾਰ ਕੇ ਦਿਖਾਵੇ ਅਤੇ ਮੈਂ ਉਹਨੂੰ ਆਪਣੀ ਬੱਚੀ ਦਾ ਰਿਸ਼ਤਾ ਦੇ ਦਿਆਂਗਾ।
ਬੱਚੇ ਦੀ ਮੁਲਾਕਾਤ ਕਰਾਈ ਗਈ। ਉਹਨਾਂ ਬਜ਼ੁਰਗਾਂ ਨੇ ਕਿਹਾ ਕਿ ਵੀ ਮੈਂ ਕੱਲ੍ਹ ਇੱਕ ਮੇਰਾ ਦੋਸਤ ਹੈ ਚੌਧਰੀ ਸਾਹਿਬ ਨੇ, ਉਹਨਾਂ ਦੀ ਮੈਂ ਦਾਵਤ ਕੀਤੀ ਹੈ, ਉਹਨਾਂ ਵਾਸਤੇ ਮੈਂ ਬੱਕਰਾ ਰੋਸਟ ਕਰਨਾ ਹੈ, ਅਤੇ ਜੇ ਤੂੰ ਉਹ ਬੱਕਰਾ ਮੇਰੇ ਕਿਚਨ 'ਚੋਂ ਗਾਇਬ ਕਰ ਦੇਵੇਂ ਤਾਂ ਮੈਂ ਤੈਨੂੰ ਆਪਣੀ ਬੱਚੀ ਦਾ ਰਿਸ਼ਤਾ ਦੇ ਦਿਆਂਗਾ। ਉਹਨੇ ਕਿਹਾ ਜੀ ਇਹ ਤਾਂ ਗੱਲ ਹੀ ਕੋਈ ਨਹੀਂ। ਖੈਰ ਉਹ 5-7 ਉਹਦੇ ਮੁਲਾਜ਼ਮ ਅਤੇ ਉਹ ਖਾਨਸਾਮੇ ਜਿਹੜੇ ਜਮ੍ਹਾਂ ਹੋਏ ਸਨ, ਉਹ ਕਿਚਨ ਦੇ ਵਿੱਚ ਉਹਨੂੰ ਤਿਆਰੀ ਕਰ ਰਹੇ ਸਨ, ਬੱਕਰੇ ਨੂੰ ਰੋਸਟ ਕਰ ਰਹੇ ਸਨ। ਅਤੇ ਉਹ ਆਇਆ, ਉਹਨੇ ਜਨਾਬ ਆ ਕੇ ਇੱਕ ਖਰਗੋਸ਼ ਜਿਹੜਾ ਉਹਨੂੰ ਚੌਧਰੀ ਦੀ ਹਵੇਲੀ 'ਚ ਸੁੱਟ ਦਿੱਤਾ। ਜਿਸ ਵੇਲੇ ਉਹ ਦੇਖਿਆ ਉਹਨਾਂ ਲੋਕਾਂ ਨੇ ਕਿ ਯਾਰ ਇਹ ਖਰਗੋਸ਼ ਹੈ, ਉਹ ਨੱਸ ਕੇ ਬਾਹਰ ਆਏ ਅਤੇ ਉਹਨਾਂ ਨੇ ਦੇਖਿਆ ਕਿ ਖਰਗੋਸ਼ ਦੌੜ ਰਿਹਾ। ਉਹ ਚੌਧਰੀ ਨੇ ਕਿਹਾ ਕੀ ਮਸਲਾ, ਕਿਉਂ ਬਾਹਰ ਆ ਗਏ? ਉਹਨੇ ਕਿਹਾ ਜਨਾਬ ਇਹ ਖਰਗੋਸ਼ ਫੜ ਲਈਏ। ਉਹਨੇ ਕਿਹਾ ਯਾਰ ਦਫਾ ਕਰੋ ਖਰਗੋਸ਼ ਨੂੰ, ਤੁਸੀਂ ਆਪਣਾ ਕੰਮ ਕਰੋ। ਉਹ ਫਿਰ ਅੰਦਰ ਚਲੇ ਗਏ। ਕੁਛ ਦੇਰ ਬਾਅਦ ਉਹਨੇ ਫਿਰ ਦੂਸਰੀ ਸਾਈਡ ਤੋਂ ਇੱਕ ਹੋਰ ਖਰਗੋਸ਼ ਛੱਡ ਦਿੱਤਾ। ਉਹ ਫਿਰ ਦੌੜ ਕੇ ਬਾਹਰ ਆਏ। ਚੌਧਰੀ ਨੇ ਫਿਰ ਉਹਨਾਂ ਨੂੰ ਮਨਾ ਕਰ ਦਿੱਤਾ। ਉਹਨੇ ਥੋੜ੍ਹੀ ਦੇਰ ਬਾਅਦ ਤੀਸਰਾ ਖਰਗੋਸ਼ ਅੰਦਰ ਛੱਡ ਦਿੱਤਾ। ਜਿਸ ਵੇਲੇ ਤੀਸਰਾ ਖਰਗੋਸ਼ ਅੰਦਰ ਆਇਆ ਅਤੇ ਚੌਧਰੀ ਦੇ ਦਿਲ 'ਚ ਵੀ ਆਇਆ ਕਿ ਯਾਰ ਇਹ ਖਰਗੋਸ਼ ਫੜ ਲੈਣੇ ਚਾਹੀਦੇ ਨੇ, ਕਿਤੇ ਨਾਸੀ ਨਾ ਜਾਣ, ਇਹ ਜੰਗਲ 'ਚੋਂ ਖਰਗੋਸ਼ ਸਾਡੇ ਘਰ ਆ ਗਏ ਨੇ। ਉਹਨੇ ਆਵਾਜ਼ ਦਿੱਤੀ, ਉਹਨਾਂ ਸਾਰੇ ਖਾਨਸਾਮਿਆਂ ਨੂੰ ਬੁਲਾਇਆ। ਉਹ ਸਾਰੇ ਜਿਹੜੇ ਨੇ ਉਹ ਖਰਗੋਸ਼ਾਂ ਦੇ ਮਗਰ ਲੱਗ ਗਏ, ਉਹਨਾਂ ਨੂੰ ਫੜਨ ਦੇ ਚੱਕਰ 'ਚ ਪੈ ਗਏ ਅਤੇ ਉਹਨੇ ਦਾ ਮਾਰ ਕੇ ਅੰਦਰੋਂ ਕਿਚਨ ਦੇ ਵਿੱਚੋਂ ਉਹ ਰੋਸਟ ਕੀਤਾ ਆਇਆ ਬੱਕਰਾ ਲੈ ਕੇ ਗਾਇਬ ਹੋ ਗਿਆ। ਅਤੇ ਜਿਸ ਵੇਲੇ ਉਹ ਗਾਇਬ ਹੋ ਗਿਆ, ਉਹਨੇ ਅਗਲੇ ਦਿਨ ਆ ਕੇ ਦੱਸਿਆ ਕਿ ਚੌਧਰੀ ਸਾਹਿਬ ਮੈਂ ਆਪਣੇ ਇਮਤਿਹਾਨ 'ਚ ਕਾਮਯਾਬ ਹੋ ਗਿਆ ਅਤੇ ਤੁਸੀਂ ਮੈਨੂੰ ਰਿਸ਼ਤਾ ਦਿਓ। ਉੱਧਰ ਉਹ ਜਿਹੜਾ ਜ਼ਿਮੀਂਦਾਰ ਜਿਹਦੀ ਉਹਨੇ ਦਾਵਤ ਕੀਤੀ ਸੀ ਚੌਧਰੀ ਨੇ, ਉਹ ਆਇਆ ਅਤੇ ਉਹਨੂੰ ਜਿਸ ਵੇਲੇ ਉਹਨਾਂ ਨੇ ਖਾਣੇ ਦੇ 'ਚੋਂ ਬੱਕਰਾ ਰੋਸਟ ਕਰਕੇ ਦੇਣਾ ਸੀ, ਉਹ ਜਨਾਬ ਉਹਨੇ ਕਹਾਣੀ ਸੁਣਾਈ ਕਿ ਯਾਰ ਇਸ ਤਰ੍ਹਾਂ ਇੱਕ ਠੱਗ ਹੈ, ਉਹ ਮਤਲਬ ਮੇਰੀ ਬੱਚੀ ਦਾ ਰਿਸ਼ਤਾ ਮੰਗਦਾ ਹੈ। ਮੈਂ ਉਹਨੂੰ ਇਹ ਪਟੀਕ ਪਾਈ ਸੀ ਕਿ ਅਗਰ ਤੂੰ ਮੇਰਾ ਬੱਕਰਾ ਗਾਇਬ ਕਰ ਦੇਂ ਅਤੇ ਮੈਂ ਤੈਨੂੰ ਰਿਸ਼ਤਾ ਦਿਆਂਗਾ, ਅਤੇ ਉਹ ਮੇਰਾ ਬੱਕਰਾ ਗਾਇਬ ਕਰ ਗਿਆ। ਉਹ ਚੌਧਰੀ ਨੇ ਕਿਹਾ ਯਾਰ ਛੱਡ, ਇਹ ਕਿਹੜੀ ਤੂੰ ਗੱਲ ਕਰਨਾ ਪਿਆ, ਇਹ ਤਾਂ ਚੋਰੀ ਹੋਈ ਨਾ, ਇਹ ਤਾਂ ਕੋਈ ਗੱਲ ਹੀ ਨਹੀਂ ਗੀ, ਇਹ ਕੋਈ ਚੱਕਰ ਨਹੀਂ ਗਾ। ਅਗਰ ਉਹ ਐਡਾ ਹੀ ਵੱਡਾ ਠੱਗ ਹੈ ਅਤੇ ਮੇਰੇ ਨਾਲ ਠੱਗੀ ਮਾਰ ਕੇ ਦਿਖਾਏ ਤਾਂ ਮੈਂ ਤੈਨੂੰ ਮੰਨਾਂਗਾ। ਉਹਨੇ ਕਿਹਾ ਠੀਕ ਹੈ। ਉਹਨੇ ਉਹਨੂੰ ਬੁਲਾਇਆ, ਉਹਨੂੰ ਜਾ ਕੇ ਮੁਲਾਕਾਤ ਕਰਾਈ। ਉਹਨੇ ਕਿਹਾ ਜਨਾਬ ਇਹ ਚੌਧਰੀ ਸਾਹਿਬ ਨਾਲ ਗੱਲ ਕਰੋ। ਚੌਧਰੀ ਸਾਹਿਬ ਨੇ ਕਿਹਾ ਕਿ ਜਨਾਬ ਤੁਸੀਂ ਅਗਰ ਐਡੇ ਵੱਡੇ ਠੱਗ ਹੋ ਅਤੇ ਮੇਰੇ ਨਾਲ ਠੱਗੀ ਮਾਰ ਕੇ ਦਿਖਾਓ ਅਤੇ ਫਿਰ ਮੈਂ ਜਨਾਬ ਆਪਣੇ ਦੋਸਤ ਨੂੰ ਕਹਾਂਗਾ ਕਿ ਤੈਨੂੰ ਆਪਣੀ ਬੱਚੀ ਦਾ ਰਿਸ਼ਤਾ ਦੇ ਦੇ। ਉਹ ਇਸ ਗੱਲ 'ਤੇ ਐਗਰੀ ਹੋ ਜਾਂਦਾ ਹੈ। ਉਹ 2-4 ਦਿਨ ਠਹਿਰ ਕੇ ਉਸ ਚੌਧਰੀ ਦੇ ਪਿੰਡ ਪਹੁੰਚ ਜਾਂਦਾ ਹੈ। ਉਹਨੇ ਸਫੇਦ ਸੂਟ ਪਾਇਆ, ਬੜਾ ਜਿਸ ਤਰ੍ਹਾਂ ਮੋਹਤਬਾਨਾ ਸੂਟ ਹੁੰਦਾ ਹੈ, ਉਹਦੇ ਉੱਤੇ ਜਨਾਬ ਬੜੇ ਉਹਨੇ ਨਕਸ਼ੋ ਨਗਾਰ ਵਾਲੇ ਲਾਏ, ਮਤਲਬ ਪਰ ਜੇ ਉਹ ਲਗਾ ਲਏ ਕਿ ਉਹ ਇੱਕ ਫਰਿਸ਼ਤੇ ਦਾ ਰੂਪ ਧਾਰ ਕੇ ਉਹਦੇ ਘਰ ਜਾ ਕੇ ਉਹਨੇ ਕੁੰਡੀ ਖੜਕਾਈ। ਜਿਸ ਵੇਲੇ ਉਹ ਬਾਹਰ ਆਇਆ ਅਤੇ ਉਹਨੇ ਕਿਹਾ ਕਿ ਜਨਾਬ ਤੁਹਾਡਾ ਨਾਂ ਸੁਲਤਾਨ ਹੈ? ਉਹਨੇ ਕਿਹਾ ਜੀ ਮੇਰਾ ਨਾਂ ਸੁਲਤਾਨ ਹੈ। ਉਹਨੇ ਕਿਹਾ ਜਨਾਬ ਗੱਲ ਹੈਗੀ ਹੈ ਕਿ ਮੈਂ ਫਰਿਸ਼ਤਾ, ਅੱਲਾ ਨੇ ਮੇਰੀ ਡਿਊਟੀ ਲਾਈ ਹੈ ਕਿ ਮੈਂ ਤੇਰੀ ਜਾਨ ਕੱਢ ਲਵਾਂ, ਅਤੇ ਮੈਂ ਇਸ ਵਾਸਤੇ ਹਾਜ਼ਰ ਹੋਇਆ। ਉਹ ਬੰਦਾ ਜਿਹੜਾ ਚੌਧਰੀ ਹੈ ਉਹ ਡਰ ਗਿਆ, ਸਹਿਮ ਗਿਆ। ਉਹਨੇ ਕਿਹਾ ਫਿਰ ਇੱਕ ਗੱਲ ਸੁਣ ਯਾਰ, ਮੈਨੂੰ ਤੇਰੇ 'ਤੇ ਤਰਸ ਆ ਗਿਆ, ਤੂੰ ਬੜਾ ਨਾਜ਼ੁਕ ਮਿਜਾਜ਼ ਦਾ ਇਨਸਾਨ ਹੈ, ਅਤੇ ਇੱਕ ਕੰਮ ਮੈਂ ਤੇਰੇ ਨਾਲ ਕਰ ਸਕਣਾ, ਇਹ ਤੇਰੇ 'ਤੇ ਮੈਂ ਨੇਕੀ ਕਰ ਸਕਣਾ ਕਿ ਤੂੰ ਆਪਣੇ ਘਰ ਦਾ ਜਿਹੜਾ ਕੀਮਤੀ ਸਮਾਨ ਹੈ ਉਹਨੂੰ ਪੈਕ ਕਰ ਲੈ, ਅਤੇ ਮੈਂ ਤੈਨੂੰ ਡਾਇਰੈਕਟ ਹੀ ਜੰਨਤ 'ਚ ਭੇਜ ਦਿੰਦਾ, ਤੈਨੂੰ ਮਾਰਦਾ ਨਹੀਂ, ਤੈਨੂੰ ਮੈਂ ਡਾਇਰੈਕਟ ਜੰਨਤ ਦੇ ਵਿੱਚ ਜਿਹੜਾ ਨਾ ਉਹ ਭੇਜ ਦਿੰਦਾ, ਅਤੇ ਕਿਸੇ ਨਾਲ ਗੱਲ ਨਾ ਕਰੀ ਅਤੇ ਨਾ ਆਪਣੇ ਕਿਸੇ ਜੀ ਨਾਲ ਗੱਲ ਕਰੀ, ਕਿਉਂਕਿ ਅਗਰ ਤੂੰ ਉਹਨਾਂ ਨਾਲ ਗੱਲ ਕਰੇਗਾ ਉਹ ਵੀ ਬਜ਼ਿੱਦ ਹੋਣਗੇ ਕਿ ਸਾਨੂੰ ਵੀ ਜੰਨਤ 'ਚ ਲੈ ਜਾ, ਅਤੇ ਇਸ ਵਾਸਤੇ ਤੂੰ ਕੱਲ੍ਹ ਤਿਆਰ ਹੋ ਜੀ, ਮੈਂ ਕੱਲ੍ਹ ਆਵਾਂਗਾ, ਅਤੇ ਆਪਣਾ ਸਮੂਨ ਪੈਕ ਕਰਕੇ ਰੱਖੀ। ਉਹ ਜਿਸ ਵੇਲੇ ਕੱਲ੍ਹ ਆਇਆ ਅਤੇ ਉਹ ਚੌਧਰੀ ਸਾਹਿਬ ਤਿਆਰ, ਆਪਣਾ ਸਮਾਨ ਜ਼ੇਵਰਾਤ ਜੇ ਉਹ ਮਾਲੋ ਦੌਲਤ ਸਾਰੀ ਸਮੇਟੀ ਉਹਦਾ ਇੰਤਜ਼ਾਰ ਕਰ ਰਿਹਾ ਸੀ। ਉਹ ਫਰਿਸ਼ਤਾ ਬਣ ਕੇ ਜਿਹੜਾ ਆਇਆ, ਉਹਨੇ ਕਿਹਾ ਹਾਂਜੀ ਤਿਆਰ ਹੋ? ਉਹਨੇ ਕਿਹਾ ਜੀ ਮੈਂ ਤਿਆਰ ਹਾਂ ਜਨਾਬ। ਉਹਨੇ ਕਿਹਾ ਜੀ ਠੀਕ ਹੈ, ਤੁਸੀਂ ਇਹ ਬੋਰੀ ਦੇ ਵਿੱਚ ਵੜ ਜਾਓ ਤਾਂ ਕਿ ਮੈਂ ਤੁਹਾਨੂੰ ਸਿੱਧਾ ਹੀ ਜੰਨਤ ਦੇ ਵਿੱਚ ਪਹੁੰਚਾ ਦਿਆਂ। ਉਹ ਇੱਕ ਬੋਰੀ ਦੇ ਵਿੱਚ ਉਹਨੇ ਉਸ ਚੌਧਰੀ ਨੂੰ ਪੈਕ ਕਰ ਲਿਆ, ਬੰਨ੍ਹ ਕੇ ਅਤੇ ਲਿਆ ਕੇ ਉਹ ਜਿਹੜਾ ਉਹਦਾ ਦੋਸਤ ਸੀ ਚੌਧਰੀ, ਜਿਹਦੇ ਘਰ ਉਹ ਦਾਵਤ ਖਾਣ ਗਿਆ ਸੀ, ਅਤੇ ਉਹਦੇ ਘਰ ਜਾ ਕੇ ਉਹਨੇ ਉਹਦੇ ਜਿਹੜਾ ਮੁਰਗੀਆਂ ਦਾ ਦਬੜਾ ਸੀ ਉਹਦੇ ਵਿੱਚ ਉਹਨੂੰ ਖੂਡੇ ਦੇ ਵਿੱਚ ਡੱਕ ਦਿੱਤਾ, ਅਤੇ ਆਪ ਜਨਾਬ ਉਹਦਾ ਸਾਰਾ ਸਮਾਨ ਲੈ ਕੇ ਆਪਣੇ ਘਰ ਚਲਾ ਗਿਆ। ਸੁਬਾਹ ਜਿਸ ਵੇਲੇ ਹੋਈ ਅਤੇ ਉਹ ਮੁਲਾਜ਼ਮ ਜਿਹੜੀ ਸੀ ਉਹਨੇ ਜਾ ਕੇ ਜਿਸ ਵੇਲੇ ਮੁਰਗੀਆਂ ਦਾ ਦੜਬਾ ਖੋਲ੍ਹਿਆ ਅਤੇ ਉਹਨੇ ਦੇਖਿਆ ਕਿ ਅੰਦਰੋਂ ਜਨਾਬ ਰੋਣ ਦੀ ਚੀਖਾਂ ਦੀ ਆਵਾਜ਼ ਆ ਰਹੀ ਸੀ। ਉਹ ਪਰੇਸ਼ਾਨ ਹੋ ਗਈ। ਉਹਨੇ ਕਿਹਾ ਬੋਰੀ ਦੇ ਵਿੱਚ ਕੀ ਹੈਗਾ? ਉਹਨੇ ਜਿਸ ਵੇਲੇ ਬੋਰੀ ਨੂੰ ਉਹਨੇ ਦੇਖਿਆ ਕਿ ਉਹ ਆਵਾਜ਼ ਆ ਰਹੀ ਹੈ, ਉਹਨੇ ਰਿਕੁਐਸਟ ਕੀਤੀ ਕਿ ਮੈਨੂੰ ਖੋਲ੍ਹੋ, ਮੈਂ ਜੰਨਤ 'ਚ ਹਾਂ, ਕਿ ਮੈਂ ਕਿੱਥੇ ਹਾਂ? ਉਹਨੇ ਕਿਹਾ ਕਿ ਤੂੰ ਜੰਨਤ 'ਚ ਨਹੀਂ ਹੈਗਾ, ਤੂੰ ਕੌਣ ਹੈ? ਉਹਨੇ ਦੱਸਿਆ ਕਿ ਮੈਂ ਫਲਾਂ ਚੌਧਰੀ ਹਾਂ।
ਤੇ ਉਹਨੇ ਕਿਹਾ ਤੂੰ ਤੇ ਸਾਡੇ ਜ਼ਿਮੀਂਦਾਰ ਦੇ ਘਰ ਦੇ ਵਿੱਚ ਆਇਆ ਬੈਠਾ। ਉਹ ਜਿਸ ਵੇਲੇ ਉਹਨੂੰ ਖੋਲ੍ਹਿਆ ਗਿਆ, ਬੋਰੀ 'ਚੋਂ ਬਾਹਰ ਕੱਢਿਆ, ਉਹ ਪਰੇਸ਼ਾਨ ਹੋ ਗਿਆ ਤੇ ਉਹਨੇ ਚੌਧਰੀ ਸਾਹਿਬ ਨੂੰ ਕਿਹਾ ਕਿ ਵਾਕਈ ਤੇਰਾ ਜਿਹੜਾ ਬੰਦਾ ਹੈ ਇਹ ਮੇਰੇ ਨਾਲ ਵੀ ਠੱਗੀ ਮਾਰ ਗਿਆ, ਮੇਰੇ ਸਾਰੇ ਪੈਸੇ ਮਾਲੋ ਦੌਲਤ ਸਾਰਾ ਕੁਝ ਲੁੱਟ ਕੇ ਲੈ ਗਿਆ ਤੇ ਇਹ ਤਾਂ ਵਾਕਈ ਬਹੁਤ ਵੱਡਾ ਠੱਗ ਹੈ। ਹੁਣ ਉਹ ਚੌਧਰੀ ਸਾਹਿਬ ਕੋਲ ਦੁਬਾਰਾ ਉਹ ਬੰਦਾ ਆਉਂਦਾ, ਉਹ ਕਹਿੰਦਾ ਕਿ ਜਨਾਬ ਮੈਂ ਆਪਣੇ ਇਮਤਿਹਾਨ 'ਚ ਪਾਸ ਹੋ ਗਿਆ, ਤੁਸੀਂ ਮੈਨੂੰ ਰਿਸ਼ਤੇ ਦਾ ਵਾਅਦਾ ਕੀਤਾ ਸੀ, ਮੈਨੂੰ ਰਿਸ਼ਤਾ ਦਿਓ। ਉਹਨੇ ਕਿਹਾ ਨਹੀਂ, ਇੱਕ ਇਮਤਿਹਾਨ ਤੇਰਾ ਹੋਰ ਹੈ, ਅਗਰ ਤੂੰ ਉਹਦੇ 'ਚ ਕਾਮਯਾਬ ਹੋ ਗਿਆ ਤਾਂ ਫਿਰ ਮੈਂ ਤੈਨੂੰ ਆਪਣਾ ਬੱਚੀ ਦਾ ਰਿਸ਼ਤਾ ਦੇ ਦਿਆਂਗਾ। ਉਹਨੇ ਕਿਹਾ ਠੀਕ ਹੈ ਜੀ, ਦੱਸੋ ਕੀ ਕਰਨਾ ਹੈ। ਉਹਨੇ ਕਿਹਾ ਕਿ ਗੱਲ ਬਹੁਤ ਲੰਬੀ ਹੈ, ਮੈਂ ਹੁਣ ਮੁਖਤਸਰ ਕਰਨ ਲੱਗਾ, ਆਖਰੀ ਤੁਹਾਨੂੰ ਕਹਾਣੀ ਸੁਣਾ ਦੇਣਾ। ਉਹਨੇ ਕਿਹਾ ਕਿ ਯਾਰ ਜੇ ਤੂੰ ਅਸੀਂ ਜਿਸ ਕਮਰੇ 'ਚ ਮੀਆਂ ਬੀਵੀ ਦੋਨੋਂ ਸੁੱਤੇ ਹੋਈਏ, ਸਾਡੇ ਸੁੱਤਿਆਂ ਦੇ ਥੱਲੋਂ ਤੂੰ ਅਗਰ ਸਾਡੀ ਚਾਦਰ ਕੱਢ ਕੇ ਲੈ ਜਾਵੇਂ ਤਾਂ ਮੈਂ ਤੈਨੂੰ ਠੱਗ ਮੰਨ ਲਵਾਂਗਾ। ਉਹਨੇ ਕਿਹਾ ਜੀ ਇਹ ਤਾਂ ਗੱਲ ਹੀ ਕੋਈ ਨਹੀਂ ਗੀ। ਉਹਨੇ ਕਿਹਾ ਚਲੋ ਕਰਕੇ ਦਿਖਾ ਦਿਓ। ਉਹਨੇ ਅਗਲੇ ਦਿਨ ਕੀ ਕੀਤਾ, ਇੱਕ ਪੁਤਲਾ ਬਣਾਇਆ ਇਨਸਾਨੀ ਜਿਸਮ ਵਰਗਾ, ਉਹ ਲਿਆ ਕੇ ਉਹਨੇ ਉਹ ਚੌਧਰੀ ਸਾਹਿਬ ਦਾ ਜਿਸ ਕਮਰਾ ਸੀ ਜਿੱਥੇ ਉਹ ਸੌਂਦਾ ਸੀ, ਉਹਨੇ ਉਸ ਕਮਰੇ ਦੀ ਖਿੜਕੀ ਦੇ ਨਾਲ ਉਹਨੂੰ ਲਿਆ ਕੇ ਇੰਜ ਕਰਕੇ ਖੜਾ ਕਰ ਦਿੱਤਾ। ਜਿਸ ਵੇਲੇ ਚੌਧਰੀ ਨੇ ਦੇਖਿਆ ਕਿ ਕੋਈ ਬੰਦਾ ਬਾਹਰ ਖਿੜਕੀ ਦੇ ਬਾਹਰ ਖੜਾ ਹੈ ਤੇ ਆਪ ਉਹ ਛੁਪ ਕੇ ਸਾਈਡ 'ਤੇ ਹੋ ਗਿਆ ਤੇ ਉਹਨੇ ਸੋਚਿਆ ਕਿ ਯਾਰ ਇਹ ਜਿਹੜਾ ਪੁਤਲਾ ਹੈ, ਇਹ ਜਿਹੜਾ ਉਹ ਪੁਤਲੇ ਨੂੰ ਤਾਂ ਕੋਈ ਬੰਦਾ ਸਮਝ ਰਿਹਾ ਸੀ। ਉਹਨੇ ਕਿਹਾ ਕੋਈ ਚੋਰ ਹੈ, ਕੋਈ ਡਾਕੂ ਹੈ, ਕੀ ਮਸਲਾ ਹੈਗਾ, ਇਹ ਉਹਦਾ ਪਰਛਾਵਾਂ ਨਜ਼ਰ ਆ ਰਿਹਾ, ਕੀ ਮਾਮਲਾਤ ਹੈ। ਚੌਧਰੀ ਨੇ ਜਲਦੀ ਨਾਲ ਆਪਣੇ ਜਿਹੜੀ ਉਹ ਬੰਦੂਕ ਸੀ ਉਹਦੇ ਕੋਲ, ਉਹਨੇ ਉਹ ਕੱਢੀ ਤੇ ਉਹਨੇ ਖਿੜਕੀ ਦੇ ਵਿੱਚੋਂ ਫਾਇਰ ਮਾਰਿਆ। ਜਿਸ ਵੇਲੇ ਫਾਇਰ ਮਾਰੇ ਇੱਕ ਦੋ ਤੇ ਉਹ ਪੁਤਲਾ ਜਿਹੜਾ ਉਹ ਥੱਲੇ ਡਿੱਗ ਪਿਆ ਤੇ ਉਹਨੇ ਉੱਠ ਕੇ ਦੇਖਿਆ ਕਿ ਮੈਂ ਬਾਹਰ ਜਾ ਕੇ ਦੇਖਾਂ ਕਿ ਇਹ ਕੌਣ ਬੰਦਾ ਸੀ, ਇਹ ਮਰ ਗਿਆ ਹੋਏਗਾ। ਜਾ ਕੇ ਉਹਨੇ ਜਿਸ ਵੇਲੇ ਬਾਹਰ ਦੇਖਿਆ ਤੇ ਉਹ ਜਿਹੜੀ ਉਹਦੀ ਬੀਵੀ ਸੀ ਉਹ ਵੀ ਜਲਦੀ ਨਾਲ ਉਹਦੇ ਨਾਲ ਹੀ ਬਾਹਰ ਨਿਕਲੀ। ਜਿਸ ਵੇਲੇ ਉਹ ਬਾਹਰ ਨਿਕਲੀ ਤੇ ਉਹਨਾਂ ਦੇਖਿਆ ਕਿ ਉਹ ਤੇ ਇੱਕ ਪੁਤਲਾ ਹੈ ਤੇ ਉਹ ਕੀ ਚੱਕਰ ਹੈ। ਉਹਨੇ ਫੌਰੀ ਤੌਰ 'ਤੇ ਉਹ ਦੁਆ ਮਾਰਿਆ, ਉਹਨਾਂ ਦੀ ਬੈੱਡ ਦੀ ਚਾਦਰ ਖਿੱਚ ਕੇ ਗਾਇਬ ਹੋ ਗਿਆ। ਤੇ ਅਗਲੇ ਦਿਨ ਉਹਨੇ ਆ ਕੇ ਕਿਹਾ ਜਨਾਬ ਇਹ ਤੁਹਾਡੀ ਚਾਦਰ, ਤੁਸੀਂ ਸੁੱਤੇ ਸੋ, ਤੁਹਾਡੀ ਚਾਦਰ ਗਾਇਬ ਕਰ ਲਈ, ਮੈਂ ਹੁਣ ਕਾਮਯਾਬ ਹੋ ਗਿਆ, ਹੁਣ ਮੈਨੂੰ ਆਪਣੀ ਬੱਚੀ ਦਾ ਰਿਸ਼ਤਾ ਦਿਓ। ਤੇ ਦੋਸਤੋ ਇਸੇ ਤਰ੍ਹਾਂ ਉਸ ਬੱਚੀ ਨੂੰ, ਉਹਨੂੰ ਚੌਧਰੀ ਨੂੰ ਆਪਣੀ ਬੱਚੀ ਦਾ ਰਿਸ਼ਤਾ ਦੇਣਾ ਪੈ ਗਿਆ। ਤੇ ਗੱਲ ਕਰਨ ਦਾ ਜਿਹੜਾ ਮੇਰਾ ਮਕਸਦ ਸੀ ਨਾ, ਅਸਲ ਉਹ ਇਹ ਸੀ ਕਿ ਜਿਹੜੇ ਠੱਗ ਹੁੰਦੇ ਨੇ, ਫਰਾਡੀ ਹੁੰਦੇ ਨੇ, ਇਹ ਕਿਸ ਤਰੀਕੇ ਨਾਲ ਫਰਾਡ ਕਰਦੇ ਨੇ, ਕਿਸ ਤਰ੍ਹਾਂ ਠੱਗੀਆਂ ਕਰਦੇ ਨੇ ਕਿ ਇਨਸਾਨ ਦੀ ਸੋਚ ਵੀ ਉੱਥੇ ਨਹੀਂ ਪਹੁੰਚਦੀ ਜਿੱਥੇ ਜਾ ਕੇ ਇਹ ਆਪਣਾ ਕੰਮ ਦਿਖਾ ਦਿੰਦੇ ਨੇ। ਤੇ ਦੋਸਤੋ ਗੱਲ ਪਸੰਦ ਆਈ ਹੋਏ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਉਹ ਦੋਸਤ ਜਿਹੜੇ ਚੈਨਲ 'ਤੇ ਨਵੇਂ ਨੇ, ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਚੈਨਲ 'ਚ ਸ਼ਾਮਲ ਹੋ ਜਾਓ। ਬਸ਼ਰਤੇ ਜ਼ਿੰਦਗੀ ਕੱਲ੍ਹ ਫਿਰ ਇੱਕ ਨਵੀਂ ਵੀਡੀਓ ਨਾਲ ਹਾਜ਼ਰ ਖਿਦਮਤ ਹੋਵਾਂਗਾ। ਕੱਲ੍ਹ ਤੱਕ ਇਜਾਜ਼ਤ, ਅੱਲਾ ਹਾਫਿਜ਼।